नमस्कार साथियों। पंजाबी ਸਾਹਿਤ ਦੇ ਅੰਦਰ जुड़े ਹੋਇਆ अपना एक बहुत इंपॉर्टेंट टॉपिक चल रहा सी जिसका नाम सी रस ਤੇ रस ਦੇ ਅੰਦਰ ਅੱਜ ਆਪਾਂ ਪੜਨ ਜਾ ਰਹੇ ਹਾਂ ਸ਼ਿੰਗਾਰ ਰਸ ਦੇ ਬਾਰੇ। ਆਪਾਂ ਇਹ ਜਾਣਾਂਗੇ ਕਿ ਸ਼ਿੰਗਾਰ ਰਸ ਦਾ ਕਿਵੇਂ ਪਤਾ ਲਾਇਆ ਜਾ ਸਕੇ ਤੇ ਕੁਝ ਕਾਵੀ ਟੋਟੇ ਪੜਾਂਗੇ ਜਿਨ੍ਹਾਂ ਦੇ ਅੰਦਰ ਸ਼ਿੰਗਾਰ ਰਸ ਆਪਾਂ ਨੂੰ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲੀਆਂ ਜਿਹੜੇ ਆਪਾਂ ਕਲਾਸਾਂ ਦੇਖੀਆਂ ਨੇ ਉਹਨਾਂ ਦੇ ਅੰਦਰ ਰਸ ਦੇ ਸਿਧਾਂਤ ਦੇ ਬਾਰੇ ਆਪਾਂ ਜਾਣਿਆ। ਇਸ ਦੇ ਨਾਲ ਹੀ ਨਾਲ ਆਪਾਂ ਉਸ ਦੇ ਸਥਾਈ ਜਿਹੜੇ ਭਾਵ ਨੇ ਉਹਨਾਂ ਦੇ ਬਾਰੇ ਤੇ ਕੁਝ ਉਹ ਜ਼ਰੂਰੀ ਗੱਲਾਂ ਸਿੱਖੀਆਂ ਜਿਹੜੀਆਂ ਰਸ ਦੇ ਲਈ ਇੰਪੋਰਟੈਂਟ ਨੇ। ਤਾਂ ਆਓ ਸਾਥੀਓ ਅੱਜ ਦੇਖਦੇ ਹਾਂ ਸ਼ਿੰਗਾਰ ਰਸ ਦੇ ਬਾਰੇ। ਸਾਰਿਆਂ ਰਸਾਂ ਵਿੱਚ ਸ਼ਿੰਗਾਰ ਰਸ ਨੂੰ ਪਹਿਲਾ ਸਥਾਨ ਪ੍ਰਾਪਤ ਹੈ। ਯਾਨੀ ਰਸਾਂ ਦਾ ਅਗਰ ਸਿਰਮੌਰ ਰਸ ਕਿਹਾ ਜਾਂਦਾ ਹੈ ਤਾਂ ਉਹ ਸਾਥੀਓ ਸ਼ਿੰਗਾਰ ਰਸ ਨੂੰ ਕਿਹਾ ਜਾਂਦਾ। ਆਪਾਂ ਇਸ ਤੋਂ ਪਹਿਲੇ 9 ਰਸ ਪੜ੍ਹ ਕੇ ਆਏ ਹਾਂ। 9 ਰਸਾਂ ਦੇ 9 ਸਥਾਈ ਭਾਵ ਵੀ ਪੜ੍ਹ ਕੇ ਆਏ ਹਾਂ। ਜਿਹੜੇ ਮੇਰੇ ਸਾਥੀਆਂ ਨੇ ਉਹ ਵੀਡੀਓ ਨਹੀਂ ਦੇਖੇ ਹੋਣ ਤਾਂ ਉਹ ਜ਼ਰੂਰ ਦੇਖ ਲੈਣ, ਕਿਉਂਕਿ ਉਹਨਾਂ ਨੂੰ ਦੇਖਣ ਤੋਂ ਬਾਅਦ 'ਚ ਹੀ ਕੜੀ ਦੇਰ ਕੜੀ ਅਗਰ ਆਪਾਂ ਚੱਲਾਂਗੇ ਤਾਂ ਫਿਰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆ ਸਕਦਾ ਹੈ। ਤਾਂ ਹੁਣ ਆਪਣਾ ਅੱਜ ਸ਼ਿੰਗਾਰ ਰਸ ਹੈ ਤੇ ਜਦੋਂ ਸ਼ਿੰਗਾਰ ਰਸ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਸਭ ਤੋਂ ਪਹਿਲੇ ਮੰਨੀ ਜਾਂਦੀ ਹੈ ਕਿ ਸ਼ਿੰਗਾਰ ਰਸ ਹੈ ਜਿਹੜਾ ਉਹਨੂੰ ਬਾਕੀ ਰਸਾਂ ਦੇ ਅੰਦਰੋਂ ਪਹਿਲਾ ਸਥਾਨ ਪ੍ਰਾਪਤ ਹੈ। ਇਸ ਲਈ ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਯਾਨੀ ਰਸ ਰਾਜ ਕਿਹਾ ਜਾਂਦਾ ਹੈ। ਦੂਜਾ ਨਾਮ ਇਸ ਨੂੰ ਕੀ ਦਿੱਤਾ ਜਾਂਦਾ ਹੈ? ਰਸ ਰਾਜ ਯਾਨੀ ਰਸਾਂ ਦਾ ਰਾਜਾ। ਯਾਨੀ ਜਿਹੜਾ ਸ਼ਿੰਗਾਰ ਰਸ ਹੈ ਉਹਨੂੰ ਬਾਕੀ ਜਿਹੜੇ ਰਸ ਨੇ 8 ਰਸ ਨੇ ਯਾਨੀ ਟੋਟਲ 9 ਰਸ ਨੇ ਉਹਨਾਂ ਦੇ ਅੰਦਰੋਂ ਸਭ ਤੋਂ ਅਗਰ ਪਹਿਲੇ ਸਥਾਨ ਵਾਲਾ ਜਾਂ ਫਿਰ ਰਸਾਂ ਦਾ ਰਾਜਾ ਕਿਹਾ ਜਾਏ ਤਾਂ ਉਹ ਸ਼ਿੰਗਾਰ ਰਸ ਨੂੰ ਕਿਹਾ ਜਾਂਦਾ ਹੈ। ਕਈ ਵਿਦਵਾਨ ਇਹ ਵੀ ਆਖਦੇ ਹਨ ਕਿ ਅਸਲ ਵਿੱਚ ਇੱਕੋ ਰਸ ਹੈ ਜੋ ਸ਼ਿੰਗਾਰ ਰਸ ਹੈ, ਬਾਕੀ ਰਸ ਤਾਂ ਉਸੇ ਵਿੱਚ ਹੀ ਸਮਾ ਜਾਂਦੇ ਹਨ। ਯਾਨੀ ਕਈ ਵਿਦਵਾਨਾਂ ਨੇ ਇਹ ਗੱਲ ਵੀ ਇਹ ਤਰਕ ਦਿੱਤੇ ਨੇ ਕਿ ਰਸ ਤਾਂ ਹਮੇਸ਼ਾ ਇੱਕੋ ਹੀ ਹੁੰਦਾ ਹੈ, ਪਰ ਜਿਹੜੇ ਬਾਕੀ ਦੇ ਰਸ ਨੇ ਜਿਵੇਂ ਕਿ ਆਪਾਂ ਹਾਸ ਰਸ, ਵਿਭਾਤਸ ਰਸ, ਇਸ ਤਰੀਕੇ ਦੇ ਜਿਹੜੇ ਰਸ ਨੇ ਉਹ ਰਸ ਨੇ ਜਿਹੜੇ ਉਹ ਸ਼ਿੰਗਾਰ ਰਸ ਦੇ ਅੰਦਰ ਹੀ ਸਮਾਏ ਹੋਏ ਨੇ। ਯਾਨੀ ਸ਼ਿੰਗਾਰ ਰਸ ਹੀ ਇੱਕ ਰਸ ਹੈ ਤੇ ਇਸ ਦੇ ਅੰਦਰ ਬਾਕੀ ਸਾਰੇ ਰਸ ਮਿਲੇ ਹੋਏ ਨੇ। ਇਹ ਤਰਕ ਬਹੁਤ ਸਾਰੇ ਵਿਦਵਾਨ ਦਿੰਦੇ ਨੇ। ਭੋਜਰਾਜ ਨੇ ਲਿਖਿਆ ਹੈ, ਯਾਨੀ ਭੋਜਰਾਜ ਨਾਮ ਦਾ ਜੋ ਇੱਕ ਰਸ ਸਿਧਾਂਤਵਾਦੀ ਹੈ ਉਸਨੇ ਇੱਕ ਗੱਲ ਕਹੀ ਹੈ। ਉਹ ਕਹਿੰਦਾ ਹੈ ਕਿ ਜੇਕਰ ਕਵੀ ਸ਼ਿੰਗਾਰ ਰਸੀ ਹੋਵੇਗਾ ਤਾਂ ਸਾਰਾ ਜਹਾਨ ਰਸਮਈ ਹੋ ਨਿਬੜੇਗਾ। ਯਾਨੀ ਉਹਨੇ ਕੀ ਤਰਕ ਦਿੱਤਾ ਹੈ? ਭੋਜਰਾਜ ਨੇ ਇਹ ਗੱਲ ਕਹੀ ਹੈ ਕਿ ਜੇਕਰ ਕਵੀ ਸ਼ਿੰਗਾਰ ਰਸੀ ਹੋਏਗਾ ਤਾਂ ਸਾਰੀ ਦੁਨੀਆ ਹੈ ਜਿਹੜੀ ਉਹ ਰਸਮਈ ਹੋ ਜਾਏਗੀ। ਇਹ ਗੱਲ ਕਿਹਨੇ ਕਹੀ? ਭੋਜਰਾਜ ਨੇ ਕਹੀ। ਇਹ ਗੱਲ ਕਹਿਣ ਵਾਲਾ ਹੈ ਜਿਹੜਾ ਉਹ ਭੋਜਰਾਜ ਹੈ। ਕੀ ਕਹਿਣ ਵਾਲਾ ਹੈ ਕਿ ਜੇਕਰ ਕਵੀ ਨੇ ਉਹ ਸ਼ਿੰਗਾਰ ਰਸੀ ਹੋਏਗਾ ਤਾਂ ਸਾਰਾ ਜਹਾਨ ਹੀ ਰਸਮਈ ਹੋ ਨਿਬੜੇਗਾ, ਨਹੀਂ ਤਾਂ ਸਾਰਾ ਸੰਸਾਰ ਰਸਹੀਨ ਹੋ ਜਾਏਗਾ। ਇਹ ਗੱਲ ਭੋਜਰਾਜ ਕਹਿੰਦਾ ਹੈ। ਭਰਤ ਮੁਨੀ ਦਾ ਕਹਿਣਾ ਹੈ। ਹੁਣ ਇੱਕ ਹੋਰ ਵਿਦਵਾਨ ਜਿਹੜਾ ਭਰਤ ਮੁਨੀ ਦਾ ਨਾਮ ਆਉਂਦਾ ਹੈ, ਜਦੋਂ ਰਸ ਦਾ ਨਾਮ ਲੈਂਦੇ ਆ ਤਾਂ ਭਰਤ ਮੁਨੀ ਦਾ ਨਾਮ ਆਪ ਨੂੰ ਪੜ੍ਹਨ ਨੂੰ ਮਿਲੇਗਾ ਹੀ ਮਿਲੇਗਾ, ਕਿ ਸੰਸਾਰ ਵਿੱਚ ਜੋ ਕੁਝ ਵੀ ਪਵਿੱਤਰ ਤੇ ਉਜਵਲ ਹੈ ਉਹ ਸ਼ਿੰਗਾਰ ਰਸ ਵਿੱਚ ਸ਼ਾਮਿਲ ਹੈ। ਯਾਨੀ ਜੇਕਰ ਕੋਈ ਪਵਿੱਤਰ ਦੀ ਗੱਲ ਕਰਦੇ ਹਾਂ ਤੇ ਜੇ ਉਜਵਲ ਦੀ ਗੱਲ ਕਰਦੇ ਹਾਂ, ਸਾਫ਼ ਦਿਖਣ ਵਾਲੀ ਗੱਲ ਕਰਦੇ ਹਾਂ, ਤਾਂ ਉਸ ਦੇ ਅੰਦਰ ਹਮੇਸ਼ਾ ਹੀ ਸ਼ਿੰਗਾਰ ਰਸ ਸ਼ਾਮਿਲ ਹੁੰਦਾ ਹੈ। ਪਵਿੱਤਰਤਾ ਦੀ ਜਦੋਂ ਗੱਲ ਆ ਜਾਂਦੀ ਹੈ ਦੁਨੀਆ ਦੇ ਅੰਦਰ ਤਾਂ ਉਸ ਦੇ ਅੰਦਰ ਸ਼ਿੰਗਾਰ ਰਸ ਇਨਵੋਲਵ ਹੁੰਦਾ ਹੈ, ਸ਼ਾਮਿਲ ਹੁੰਦਾ ਹੈ। ਸ਼ਿੰਗਾਰ ਰਸ 2 ਤਰ੍ਹਾਂ ਦੇ ਹੁੰਦੇ ਆ। ਹੁਣ ਸ਼ਿੰਗਾਰ ਰਸ ਨੂੰ ਵੀ ਅੱਗੇ 2 ਹਿੱਸਿਆਂ 'ਚ ਵੰਡਿਆ ਗਿਆ ਸਾਥੀਓ। ਇੰਪੋਰਟੈਂਟ ਗੱਲ ਇਹ ਹੈ, ਨੋਟ ਕਰ ਲੈਣਾ। ਸ਼ਿੰਗਾਰ ਰਸ ਹੈ ਜਿਹੜਾ ਉਹ 2 ਹਿੱਸਿਆਂ 'ਚ ਵੰਡਿਆ ਗਿਆ। ਕਿਹੜੇ ਕਿਹੜੇ ਨੇ? ਇੱਕ ਹੈ ਸੰਜੋਗ ਤੇ ਵਿਜੋਗ ਸ਼ਿੰਗਾਰ, ਦੂਜਾ ਆ ਜਾਂਦਾ ਹੈ ਜਾਂ ਫਿਰ ਵਸਲ ਤੇ ਹਿਜਰ। ਸੰਜੋਗ ਤੇ ਵਿਜੋਗ ਸ਼ਿੰਗਾਰ, ਦੂਜਾ ਆ ਜਾਂਦਾ ਹੈ ਵਸਲ ਤੇ ਹਿਜਰ। ਹੁਣ ਇਹਦੇ ਬਾਰੇ ਆਪਾਂ ਥੋੜਾ ਜਿਹਾ ਅੱਗੇ ਜਾਣਾਂਗੇ ਤਾਂ ਕਿ ਇਹ ਗੱਲ ਆਪਾਂ ਨੂੰ ਸਮਝ ਆ ਜਾਏ ਕਿ ਸੰਜੋਗ ਤੇ ਵਿਜੋਗ ਕੀ ਹੈ, ਵਸਲ ਤੇ ਹਿਜਰ ਕੀ ਹੈ। ਸ਼ਿੰਗਾਰ ਦਾ ਸਥਾਈ ਭਾਵ ਪ੍ਰੇਮ ਯਾਨੀ ਪ੍ਰੀਤ ਹੈ। ਇਹ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਹਾਂ ਕਿ ਸਥਾਈ ਭਾਵ ਪੜ੍ਹ ਕੇ ਆਏ ਹਾਂ ਕਿ ਸ਼ਿੰਗਾਰ ਰਸ ਹੈ ਜਿਹੜਾ ਉਹਦਾ ਸਥਾਈ ਭਾਵ ਕੀ ਹੈ? ਉਹ ਹੈ ਪ੍ਰੇਮ ਯਾਨੀ ਪ੍ਰੀਤ, ਜਾਂ ਫਿਰ ਇਹਨੂੰ ਆਪਾਂ ਪਿਆਰ ਕਹਿ ਸਕਦੇ ਹਾਂ ਜੀ। ਯਾਨੀ ਜਿੱਥੇ ਪਿਆਰ ਦੇ ਵਲਵਲੇ ਹੁੰਦੇ ਨੇ ਉਹ ਸਾਰੇ ਜਿਹੜਾ ਵਾਤਾਵਰਨ ਹੁੰਦਾ ਹੈ ਉਹ ਸ਼ਿੰਗਾਰ ਰਸ ਨਾਲ ਭਰਪੂਰ ਹੁੰਦਾ ਹੈ। ਪ੍ਰੀਤਵਾਨ ਨਾਇਕਾ ਵੱਲੋਂ ਮਿਲਣੀ ਦੀ ਖੁਸ਼ੀ, ਵਿਛੋੜੇ ਦੀ ਚੀਸ, ਬਿਰਹੋ ਦੀ ਪੀੜ,
ਵਸਲ ਲਈ ਤੜਫ ਤੇ ਵਿਆਕੁਲਤਾ ਆਦਿ ਜੋ ਕੁਝ ਵੀ ਜ਼ਿੰਦਗੀ ਨੂੰ ਰਸੀਲਾ ਬਣਾਉਂਦੀ ਹੈ ਉਹ ਸਭ ਕੁਝ ਸ਼ਿੰਗਾਰ ਰਸ ਦਾ ਕਮਾਲ ਹੈ। ਹੁਣ ਇੱਥੇ ਬੜੀ ਹੀ ਵਧੀਆ ਇੱਕ ਗੱਲ ਸਮਝਾ ਦਿੱਤੀ ਗਈ ਹੈ ਜਿੱਥੋਂ ਆਪਾਂ ਨੂੰ ਸ਼ਿੰਗਾਰ ਰਸ ਦਾ ਪਤਾ ਚੱਲ ਸਕਦਾ ਹੈ। ਕਿਵੇਂ ਕਿਵੇਂ ਕਿ ਆਹ ਗੱਲ ਇਹ ਜਿਵੇਂ ਸਪਸ਼ਟ ਹੋਈ ਹੈ ਕਿ ਪ੍ਰੀਤਵਾਨ ਨਾਇਕਾ ਵੱਲੋਂ ਯਾਨੀ ਜਿਹੜੀ ਪਿਆਰ ਕਰਨ ਵਾਲੀ ਉਹ ਔਰਤ ਹੈ, ਜਿਵੇਂ ਕਿ ਕਿੱਸਿਆਂ ਦੇ ਅੰਦਰ ਵੀ ਆਪਾਂ ਨੂੰ ਹੀਰ ਮਿਲਦੀ ਹੈ, ਸੱਸੀ ਮਿਲਦੀ ਹੈ, ਸਾਹਿਬਾ ਮਿਲਦੀ ਹੈ, ਇੱਦਾਂ ਦੇ ਯੂਸਫ ਜ਼ੁਲੇਖਾਂ ਦੇ ਕਿੱਸੇ 'ਚ ਵੀ ਆਪਾਂ ਨੂੰ ਇੱਦਾਂ ਦੀਆਂ ਬਹੁਤ ਸਾਰੇ ਕਿੱਸਿਆਂ ਦੇ ਅੰਦਰ ਸਟੋਰੀਆਂ ਮਿਲਦੀਆਂ ਨੇ। ਤਾਂ ਉਹਨਾਂ ਦੇ ਅੰਦਰ ਜਿੱਥੇ ਵੀ ਕਿਸੇ ਵੀ ਕਿੱਸੇ ਦੇ ਅੰਦਰ ਜਾਂ ਫਿਰ ਕਿਸੇ ਤੋਂ ਬਾਹਰ ਕਵਿਤਾ ਦੇ ਅੰਦਰ ਕਿਤੇ ਵੀ ਤੁਹਾਨੂੰ ਇਸ ਪ੍ਰਕਾਰ ਦਾ ਵਰਣਨ ਮਿਲੇ ਕਿ ਜਿਹੜੀ ਪਿਆਰ ਕਰਨ ਵਾਲੀ ਉਹ ਨਾਇਕਾ ਹੈ ਉਹ ਖੁਸ਼ੀ ਦੇ ਅੰਦਰ, ਮਿਲਣ ਦੀ ਖੁਸ਼ੀ ਦੇ ਅੰਦਰ ਜਾਂ ਫਿਰ ਵਿਛੋੜੇ ਦੇ ਅੰਦਰ, ਮਿਲਣ ਦੀ ਖੁਸ਼ੀ ਦੇ ਅੰਦਰ ਵੀ ਸ਼ਿੰਗਾਰ ਰਸ ਇਨਵੋਲਵ ਹੈ, ਉੱਥੇ ਵਿਛੋੜੇ ਦੇ ਅੰਦਰ, ਵਿਛੋੜਾ ਯਾਨੀ ਉਸ ਦਾ ਜਿਹੜਾ ਪ੍ਰੀਤਮ ਹੈ ਉਹ ਕਿਤੇ ਦੂਰ ਹੈ, ਪਰ ਉਸ ਦੇ ਐਵਜ 'ਚ ਵੀ ਜਦੋਂ ਉਹ ਉਸ ਦੀ ਪ੍ਰਸ਼ੰਸਾ ਭਰਪੂਰ ਸ਼ਬਦਾਂ ਦਾ ਇਸਤੇਮਾਲ ਕਰਦੀ ਹੈ, ਵਰਤੋਂ ਕਰਦੀ ਹੈ, ਤਾਂ ਉਹਦੇ ਅੰਦਰ ਵੀ ਹਮੇਸ਼ਾ ਹੀ ਸ਼ਿੰਗਾਰ ਰਸ ਭਰਿਆ ਹੁੰਦਾ ਹੈ। ਕਈ ਵਾਰ ਬਿਰਹੋ ਦੀ ਪੀੜ ਆ ਜਾਂਦੀ ਹੈ, ਯਾਨੀ ਦੁੱਖ ਦੇ ਕਾਰਨ ਉਹ ਜਿਹੜੀ ਸ਼ਬਦ ਉਚਾਰਦੀ ਹੈ। ਵਸਲ ਲਈ ਤੜਫ ਯਾਨੀ ਜਦੋਂ ਉਹਨੂੰ ਮਿਲਣ ਦੇ ਲਈ ਉਸ ਦੀ ਤੜਫ ਦੇ ਜਿਹੜੇ ਸ਼ਬਦ ਹੁੰਦੇ ਨੇ ਉਹ ਵੀ ਸ਼ਿੰਗਾਰ ਰਸ ਦੀ ਹੀ ਪੈਰਵਾਈ ਕਰ ਰਹੇ ਹੁੰਦੇ ਨੇ। ਯਾਨੀ ਜਿਹੜੇ ਆਪਾਂ ਉੱਪਰ ਦੋ ਪੜ੍ਹ ਕੇ ਆ ਰਹੇ ਹਾਂ, ਸੰਜੋਗ ਤੇ ਵਿਜੋਗ, ਇਹ ਦੋਨੇ ਗੱਲਾਂ, ਵਸਲ ਤੇ ਹਿਜਰ, ਇਹ ਦੋਨੇ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਅੰਦਰ ਹਮੇਸ਼ਾ ਹੀ ਸ਼ਿੰਗਾਰ ਰਸ ਇਨਵੋਲਵ ਹੁੰਦਾ ਹੈ। ਜੋ ਕੁਝ ਵੀ ਜ਼ਿੰਦਗੀ ਨੂੰ ਰਸੀਲਾ ਬਣਾਉਂਦਾ ਉਹ ਸਭ ਕੁਝ ਸ਼ਿੰਗਾਰ ਰਸ ਦਾ ਹੀ ਕਮਾਲ ਹੈ। ਅਸਲ ਦੇ ਅੰਦਰ ਜੀਵਨ ਨੂੰ ਜਿਹੜਾ ਰਸ ਭਰਪੂਰ ਰਸੀਲਾ ਬਣਾ ਦਿੰਦਾ ਹੈ ਉਹਨੂੰ ਆਪਾਂ ਸ਼ਿੰਗਾਰ ਰਸ ਕਹਿ ਦਿੰਦੇ। ਯਾਨੀ ਆਪਾਂ ਸੌਖੇ ਸ਼ਬਦਾਂ 'ਚ ਇਹ ਗੱਲ ਕਹੀਏ ਕਿ ਜਦੋਂ ਕੋਈ ਪ੍ਰੀਤ ਨਾਇਕਾ ਕੋਈ ਵੀ ਕਿਸੇ ਦੀ, ਚਾਹੇ ਉਹ ਪਿਆਰ ਕਰਨ ਵਾਲੀ ਔਰਤ ਹੋਵੇ ਜਾਂ ਫਿਰ ਕਾਵੀ ਟੋਟੇ ਦੀ ਕੋਈ ਪਾਤਰ ਹੋਵੇ ਜਾਂ ਜ਼ਿੰਦਗੀ ਦੇ ਕਿਸੇ ਵੀ ਸੋਮੇ ਦੇ ਅੰਦਰ ਉਹ ਹੋਵੇ, ਪਰ ਉਸ ਦੇ ਅੰਦਰ ਜਦੋਂ ਕਿਸੇ ਪਿਆਰ ਦੇ ਲਈ, ਕਿਸੇ ਤੜਫ ਦੇ ਲਈ, ਕਿਸੇ ਵਿਛੋੜੇ ਦੇ ਲਈ, ਕਿਸੇ ਬਿਰਹੋ ਦੇ ਲਈ ਜਦੋਂ ਉਸ ਦੇ ਅੰਦਰ ਉਸ ਦੇ ਐਵਜ 'ਚ ਜੋ ਸ਼ਬਦ ਹੁੰਦੇ ਨੇ, ਪਿਆਰ ਭਰਪੂਰ ਸ਼ਬਦ ਹੁੰਦੇ ਨੇ, ਚਾਹੇ ਉਹ ਉਸ ਦੇ ਵਿਯੋਗ 'ਚ ਹੋਣ ਚਾਹੇ ਉਸ ਦੇ ਉਹ ਮਿਲਣ 'ਚ ਹੋਣ, ਤਾਂ ਉਹ ਸਾਰੇ ਸ਼ਿੰਗਾਰ ਰਸ ਦੀ ਹੀ ਪੈਰਵਾਈ ਕਰ ਰਹੇ ਹੁੰਦੇ ਨੇ। ਬਸ ਇਹੀ ਗੱਲ ਇੰਪੋਰਟੈਂਟ ਹੈ। ਹੁਣ ਸਾਥੀਓ ਆਪਾਂ ਕੁਝ ਕਾਵੀ ਟੋਟੇ ਦੇਖ ਲੈਂਦੇ ਹਾਂ ਜਿਨ੍ਹਾਂ ਦੇ ਅੰਦਰ ਸ਼ਿੰਗਾਰ ਰਸ ਸਮਾਇਆ ਹੋਇਆ ਹੈ, ਤਾਂ ਕਿ ਆਪਾਂ ਨੂੰ ਇਹ ਪਤਾ ਚੱਲ ਸਕੇ ਕਿ ਸ਼ਿੰਗਾਰ ਰਸ ਕਿੱਦਾਂ ਦੇ ਹੁੰਦਾ ਹੈ ਤੇ ਕਾਵੀ ਟੋਟੇ ਦੇ ਅੰਦਰ ਉਹ ਕਿਵੇਂ ਝਲਕਦਾ ਹੈ। ਆਪਣੇ ਕੋਲ ਇੱਕ ਪ੍ਰੀਤਮ ਸਿੰਘ ਸਫੀਰ ਦੀ ਇਹ ਕਾਵੀ ਸਤਰਾ ਨੇ, ਸਰਗੀ ਸਾਰ ਦੇ ਅੰਦਰ ਉਹ ਲਈ ਗਈ ਹੈ। ਇਹਨੂੰ ਆਪਾਂ ਪੜ੍ਹਾਂਗੇ, ਪੜ੍ਹ ਕੇ ਦੇਖਾਂਗੇ ਕਿ ਕਿਵੇਂ ਸ਼ਿੰਗਾਰਿਆ ਗਿਆ ਹੈ ਕਿਸੇ ਨੂੰ। ਸਭ ਤੋਂ ਪਹਿਲੇ ਤਾਂ ਇਹ ਕਾਵੀ ਟੋਟਾ ਹੀ ਆਪਾਂ ਦੇਖ ਲੈਂਦੇ ਹਾਂ। ਸਰਗੀ ਸਾਰ ਹੈ ਜੋ, ਕੋਈ ਆਇਆ ਸਰਗੀ ਸਾਰ ਮੇਰੇ ਕੋਲ ਤੇ ਮੂੰਹ ਝਾਖਰੇ ਵਿੱਚ ਸਿਵਾਏ ਬੋਲ, ਸਮਝਾਤੇ ਬੋਲ, ਸੁੱਤੇ ਸੂਰਜ ਤੇ ਚੰਦ, ਤਾਰਿਆਂ ਦੀ ਲਿਸ਼ ਲਿਸ਼ ਬੰਦ, ਪਰ ਹੱਸਦੇ ਨੂਰਾਂ ਨਾਲ ਭਰੀ ਮੇਰੀ ਝੋਲ। ਯਾਨੀ ਇਸ ਦੇ ਅੰਦਰ ਪ੍ਰੀਤਮ ਸਿੰਘ ਸਫੀਰ ਨੇ ਕਿਤੇ ਨਾ ਕਿਤੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਸ਼ੰਸਾ ਦੇ ਜਦੋਂ ਵੀ ਸ਼ਬਦ ਆਉਣ, ਜਦੋਂ ਕਿਸੇ ਦੀ ਐਵਜ 'ਚ ਪ੍ਰਸ਼ੰਸਾ ਹੁੰਦੀ ਹੈ ਤਾਂ ਉਸ ਦੀ ਐਵਜ 'ਚ ਜਦੋਂ ਵੀ ਪ੍ਰਸ਼ੰਸਾ ਵਾਲੇ ਸ਼ਬਦ ਹੋਣ ਤਾਂ ਉਹਦਾ ਰਸ ਹਮੇਸ਼ਾ ਹੀ ਸ਼ਿੰਗਾਰ ਰਸ ਹੋਏਗਾ। ਆਪਾਂ ਹੋਰ ਵੀ ਕੁਝ ਕਾਵੀ ਸਤਰਾਂ ਦੇਖ ਲੈਂਦੇ ਹਾਂ ਜਿਹੜੀਆਂ ਕਿ ਇਸ ਤਰੀਕੇ ਦੀਆਂ ਹੋਣ ਤੇ ਆਪਾਂ ਨੂੰ ਸਮਝ ਆ ਸਕੇ। ਇੱਥੇ ਹੁਣ ਜਿਵੇਂ ਕਿ ਗੱਲ ਕਹੀ ਗਈ ਹੈ ਕਿ ਕੁਦਰਤ ਦਾ ਦਿਲ ਖਿੱਚਵਾਂ ਚਿੱਤਰਨ ਵੀ ਸ਼ਿੰਗਾਰ ਰਸ ਵਿੱਚ ਆਉਂਦਾ ਹੈ। ਹੁਣ ਇੱਥੇ ਦਿਲ, ਇਸ ਕਾਵੀ ਟੋਟੇ ਦੇ ਅੰਦਰ ਦਿਲ ਖਿੱਚਵਾਂ ਚਿੱਤਰਨ ਕੀਤਾ ਗਿਆ ਨਾ, ਪ੍ਰਸ਼ੰਸਾ ਕੀਤੀ ਗਈ ਹੈ, ਸੌਖੇ ਸ਼ਬਦਾਂ 'ਚ ਕਹੀਏ ਆਪਾਂ ਪ੍ਰਸ਼ੰਸਾ ਕੀਤੀ ਗਈ ਹੈ, ਤਾਂ ਉਹਦਾ ਵਰਣਨ ਵੀ ਹਮੇਸ਼ਾ ਸ਼ਿੰਗਾਰ ਰਸ ਦੇ ਅੰਦਰ ਸ਼ਾਮਿਲ ਹੁੰਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅੱਜ ਕੋਈ ਆਇਆ ਸਾਡੇ ਵਿਹੜੇ ਸੰਜੋਗ ਸ਼ਿੰਗਾਰ ਰਸ ਦੀ ਅਤੇ ਕਵਿਤਾ ਸਵੇਰ ਵਿਜੋਗ ਰਸ ਦੀ ਇੱਕ ਉਦਾਹਰਨ ਹੈ। ਯਾਨੀ ਅੱਜ ਆਇਆ ਸਾਡੇ ਵਿਹੜੇ, ਇਹ ਜਿਹੜੀ ਕਵਿਤਾ ਮੋਹਨ ਸਿੰਘ ਦੀ ਹੈ ਇਹ ਸੰਜੋਗ ਸ਼ਿੰਗਾਰ ਰਸ ਦੀ, ਤੇ ਕਵਿਤਾ ਜਿਹੜੀ ਸਵੇਰ ਹੈ ਇਹ ਵਿਯੋਗ ਰਸ ਦੀ ਇੱਕ ਉਦਾਹਰਨ ਦੇ ਵਜੋਂ ਜਾਣੀ ਜਾਂਦੀ ਹੈ। ਹੁਣ ਇੱਕ ਹੋਰ ਆਪਣੇ ਕੋਲ ਕਾਵੀ ਟੋਟਾ ਆ ਗਿਆ ਸਾਥੀਓ, ਇਸ ਨੂੰ ਵੀ ਦੇਖ ਲੈਂਦੇ ਹਾਂ। ਸੰਜੋਗ ਯਾਨੀ ਵਸਲ ਹੈ ਜਿਹੜਾ, ਉਸ ਦੇ ਨਾਲ ਜੁੜੀ ਹੋਈ ਅਧਵਾਟੇ ਕਵਿਤਾ ਹੈ ਜਿਹੜੀ ਮੋਹਨ ਸਿੰਘ ਦੀ, ਉਸ ਨੂੰ ਆਪਾਂ ਦੇਖ ਲੈਂਦੇ ਹਾਂ। ਬਹੁਤ ਵਧੀਆ ਕਵਿਤਾ ਹੈ ਜਿਹੜੀ ਕਿ ਸ਼ਿੰਗਾਰ ਰਸ ਦੀ ਪੈਰਵਾਈ ਕਰਦੀ ਹੈ। ਨੀ ਅੱਜ ਕੋਈ ਆਇਆ ਸਾਡੇ ਵਿਹੜੇ
ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੀ। ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ, ਧੋਵੋ ਨੀ ਇਹਦੇ ਪੈਰ ਮੱਖਣ ਦੇ ਪੇੜੇ, ਰੱਖੋ ਨੀ ਇਹਨੂੰ ਚੁੱਕ ਚੁੱਕ ਚਸ਼ਮਾ ਉੱਤੇ, ਕਰੋ ਨੀ ਇਹਨੂੰ ਘੁੱਟ ਘੁੱਟ ਜਿੰਦ ਦੇ ਨੇੜੇ, ਪੁੱਛੋ ਨਾ ਇਹ ਕੌਣ ਤੇ ਕਿੱਥੋਂ ਆਇਆ, ਤੱਕੋ ਨੀ ਇਹਦਾ ਰੂਪ ਭੁੱਲਾ ਸਭ ਝੇੜੇ, ਨੀ ਅੱਜ ਕੋਈ ਆਇਆ ਸਾਡੇ ਵਿਹੜੇ। ਯਾਨੀ ਮੋਹਨ ਸਿੰਘ ਦੀ ਇਹ ਕਵਿਤਾ ਹੈ ਜਿਹੜੀ ਸੰਜੋਗ ਜਾਂ ਫਿਰ ਅਸੀਂ ਕਹੀਏ ਵਸਲ ਦੀ ਗੱਲ ਕਹੀਏ ਤਾਂ ਉਸ ਦੇ ਅੰਦਰ ਜਦੋਂ ਕੋਈ ਰਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਸ ਦੇ ਅੰਦਰ ਸ਼ਿੰਗਾਰ ਰਸ ਸ਼ਾਮਿਲ ਹੋ ਜਾਂਦਾ ਹੈ। ਤਾਂ ਇਹ ਜਿਹੜੀ ਕਵਿਤਾ ਹੈ ਇਸ ਦੇ ਅੰਦਰ ਵੀ ਸ਼ਿੰਗਾਰ ਰਸ ਸਮਾਇਆ ਹੋਇਆ। ਸ਼ਿੰਗਾਰ ਰਸ ਸ਼ਬਦਾਂ ਦੇ ਅਰਥ ਤੋਂ ਨਿਕਲਣ ਵਾਲਾ ਇੱਕ ਰਸ ਅਸੀਂ ਸਮਝ ਸਕਦੇ ਹਾਂ ਕਿ ਜਿਸ ਦੇ ਅੰਦਰ ਕਿਤੇ ਨਾ ਕਿਤੇ ਉਸ ਦੀ ਐਵਜ ਪਿਆਰ, ਉਸ ਦੀ ਪ੍ਰਸ਼ੰਸਾ ਜਦੋਂ ਭਰੀ ਜਾਂਦੀ ਹੈ, ਚਾਹੇ ਵਿਛੋੜੇ ਦੀ ਐਵਜ ਉਹਦੀ ਕਮੀ ਜਿਹੜੇ ਸ਼ਬਦਾਂ ਨਾਲ ਉਹ ਬਿਆਨ ਕਰ ਰਿਹਾ ਕਿ ਵੀ ਕਿਉਂ ਕਮੀ ਖਿਲ ਰਹੀ ਹੈ, ਕੋਈ ਗੁਣ ਹੋਣਗੇ ਤਾਂ ਹੀ ਕਮੀ ਸਾਨੂੰ ਮਹਿਸੂਸ ਹੋਏਗੀ। ਤਾਂ ਉਹ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਸ਼ਿੰਗਾਰ ਰਸ ਦੀ ਪੈਰਵਾਈ ਕਰਦੀਆਂ ਨੇ। ਆਪਾਂ ਇੱਕ ਹੋਰ ਸਤਰਾਂ ਨੇ ਆਪਾਂ ਉਸ ਨੂੰ ਵੀ ਦੇਖ ਲੈਂਦੇ ਹਾਂ। ਵਿਯੋਗ ਜਾਂ ਫਿਰ ਬਿਰਹੋ ਹੈ ਜਿਹੜੀ ਮੋਹਨ ਸਿੰਘ ਦੀ ਸਵੇਰ ਕਵਿਤਾ ਦੇ ਅੰਦਰ ਬਿਰਹੋ ਦੇ ਅੰਦਰ ਬਾਰੇ ਜਿਹੜੇ ਸ਼ਿੰਗਾਰ ਰਸ ਪੈਦਾ ਹੋ ਰਿਹਾ ਉਸ ਦੀ ਪੈਰਵਾਈ ਕਰਨ ਵਾਲੀਆਂ ਸਤਰਾਂ ਨੇ, ਉਹਨਾਂ ਨੂੰ ਆਪਾਂ ਦੇਖ ਲੈਂਦੇ ਹਾਂ। ਸਰਗੀ ਵਰਗੇ ਮੂੰਹ ਤੇ ਬਾਝੋਂ, ਸਰਗੀ ਵਰਗੇ ਮੂੰਹ ਦੇ ਬਾਝੋਂ, ਕਿਹੜੇ ਕੰਮ ਸਵੇਰਾਂ ਨੇ, ਯਾਦਾਂ ਭੇਜੇ ਆਪਾਂ ਨਾ ਆਵੇ, ਆਪ ਨਾ ਆਵੇ ਇਹ ਕਈਆਂ ਦਿਲ ਬਰੀਆਂ ਨੇ। ਯਾਨੀ ਇਸ ਦੇ ਅੰਦਰ ਵਿਛੋੜੇ ਦੀ ਗੱਲ ਕੀਤੀ ਗਈ ਹੈ। ਵਿਛੋੜੇ ਦੀ ਜਦੋਂ ਗੱਲ ਕੀਤੀ ਜਾਏ ਤਾਂ ਵਿਛੋੜਾ ਕਿਸੇ ਦੇ ਗੁਣਾਂ ਦੇ ਕਾਰਨ ਹੈ ਤੇ ਗੁਣ ਹਮੇਸ਼ਾ ਹੀ ਕਿਸੇ ਨੂੰ ਪ੍ਰਸ਼ੰਸਾਵਾਨ ਬਣਾਉਂਦੇ ਨੇ ਤੇ ਬਸ ਇਹੀ ਕਾਰਨ ਬਣਦਾ ਹੈ ਕਿ ਇਹਦੇ ਅੰਦਰ ਸ਼ਿੰਗਾਰ ਰਸ ਹੈ। ਤਾਂ ਸਾਥੀਓ ਇਹ ਅੱਜ ਆਪਾਂ ਕੁਝ ਕੁ ਸ਼ਿੰਗਾਰ ਰਸ ਨਾਲ ਜੁੜੇ ਹੋਏ ਕਾਵੀ ਟੋਟੇ ਦੇਖੇ। ਮੈਨੂੰ ਆਸ ਹੈ ਕਿ ਆਪ ਨੂੰ ਸਮਝ ਆ ਗਏ ਹੋਣਗੇ। ਜਿੰਨਾ ਜ਼ਿਆਦਾ ਤੁਸੀਂ ਪੜ੍ਹੋਗੇ ਓਨਾ ਹੀ ਵਧੇਰੇ ਸਮਝ ਆਏਗਾ। ਇੱਕ ਹੋਰ ਸੋਹਣੀ ਮਹੀਵਾਲ ਜਿਹੜਾ ਕਿੱਸਾ ਹੈ ਉਸ ਦੇ ਅੰਦਰੋਂ ਲਈਆਂ ਗਈਆਂ ਕਾਵੀ ਸਤਰਾਂ ਨੇ, ਆਪਾਂ ਇਹ ਵੀ ਦੇਖ ਹੀ ਲੈਂਦੇ ਹਾਂ। ਰਾਤੀ ਨੀਂਦ ਆਰਾਮ ਨਾ ਆਵੇ, ਦਿਨੇ ਰਹੇ ਨਿਤਰਾਹੀ, ਹਾਸ਼ਮ ਜਾਨ ਛਡਾਵਣ ਮੁਸ਼ਕਿਲ, ਬੁਰੀ ਇਸ਼ਕ ਦੀ ਫਾਹੀ, ਆਹੀ ਮਾਰੇ ਤੇ ਗਮ ਖਾਵੇ ਪੀਵੇ, ਖੂਨ ਜਿਗਰ ਦਾ ਰੋਵੇ ਪੀੜ ਕਰੇ ਦਿਲ ਘਾਇਲ, ਜ਼ਖਮੀ ਵਸਲ ਹਿਜਰ ਦਾ। ਤਾਂ ਇਸ ਦੇ ਅੰਦਰ ਵੀ ਸੋਹਣੀ ਮਹੀਵਾਲ ਕਿਸੇ ਦੇ ਅੰਦਰੋਂ ਲਈਆਂ ਗਈਆਂ ਜਿਹੜੀਆਂ ਇਸ ਸਤਰਾਂ ਨੇ, ਇਹਦਾ ਰਸ ਵੀ ਹੈ ਜੋ ਸ਼ਿੰਗਾਰ ਰਸ ਹੈ। ਤਾਂ ਇਹ ਸਨ ਸਾਥੀਓ ਕੁਝ ਕੁ ਸ਼ਿੰਗਾਰ ਰਸ ਦੀ ਪੈਰਵਾਈ ਕਰਨ ਵਾਲੇ ਕਾਵੀ ਟੋਟੇ। ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਸਤਰਾਂ ਨੇ, ਇਹ ਵੀ ਸ਼ਿੰਗਾਰ ਰਸ ਦੀ ਹੀ ਪੈਰਵਾਈ ਕਰਦੇ ਨੇ, ਇਹਨੂੰ ਵੀ ਆਪਾਂ ਦੇਖ ਹੀ ਲੈਂਦੇ ਹਾਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦਾ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਇਹ ਕਾਵੀ ਸਤਰਾਂ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਯਾਨੀ ਪਰਮਾਤਮਾ ਨੂੰ ਉਹ ਕਿਤੇ ਨਾ ਕਿਤੇ ਵਿਛੜਿਆ ਹੋਇਆ ਉਸ ਦੇ ਗੁਣ ਗਾ ਰਿਹਾ ਹੈ ਗੁਰੂ ਗੋਬਿੰਦ ਸਿੰਘ। ਤਾਂ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਜਦੋਂ ਪ੍ਰਸ਼ੰਸਾ ਦੀ ਐਵਜ ਇਹ ਸ਼ਬਦ ਕਹੇ ਗਏ ਨੇ ਤਾਂ ਸਾਥੀਓ ਇਹ ਸ਼ਿੰਗਾਰ ਰਸ ਨੇ। ਵਿਛੋੜੇ ਦੇ ਅੰਦਰ ਕਹੇ ਗਏ ਸ਼ਬਦ ਨੇ, ਜਿਹੜੇ ਬਿਰਹੋ ਦੇ ਅੰਦਰ ਕਹੇ ਗਏ ਸ਼ਬਦ ਨੇ, ਉਹ ਕਿਉਂਕਿ ਪਰਮਾਤਮਾ ਨੂੰ ਉਹ ਕਹਿ ਰਿਹਾ ਕਿ ਪਰਮਾਤਮਾ ਤੋਂ ਬਿਨਾਂ ਤਾਂ ਜਿਹੜਾ ਖੇੜਿਆਂ ਦਾ ਜਿਹੜਾ ਸਾਨੂੰ ਸਾਥ ਹੈ ਉਹ ਚੰਗਾ ਨਹੀਂ, ਜਦੋਂ ਕਿ ਆਪਣੇ ਯਾਰ ਦਾ ਤਾਂ ਸਾਨੂੰ ਸੱਥਰ ਵੀ ਚੰਗਾ ਹੈ। ਤਾਂ ਇਹ ਪਰਮਾਤਮਾ ਦੇ ਅਕਾਲ ਪੁਰਖ ਦੀ ਵਿਛੋੜੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਤਾਂ ਇਹ ਸ਼ਿੰਗਾਰ ਰਸ ਹੋ ਜਾਏਗਾ। ਤਾਂ ਮੈਨੂੰ ਆਸ ਸਾਥੀਓ ਕਿ ਆਪ ਨੂੰ ਸ਼ਿੰਗਾਰ ਰਸ ਦੇ ਬਾਰੇ ਕੁਝ ਕਾਵੀ ਟੋਟੇ ਤੇ ਇਹ ਗੱਲ ਸਮਝ ਆ ਗਈ ਹੋਏਗੀ। ਜਿੰਨਾ ਜ਼ਿਆਦਾ ਪੜ੍ਹੋਗੇ ਓਨਾ ਵਧੇਰੇ ਤੇ ਠੀਕ ਸਮਝ ਆਉਂਦਾ ਜਾਏਗਾ। ਇਸ ਲਈ ਹਰ ਸਮੇਂ ਪੜ੍ਹਾਈ ਦੇ ਨਾਲ ਜੁੜੇ ਰਹੋ। ਇਹੀ ਕੋਸ਼ਿਸ਼ ਦੀ ਪੂਰਤੀ ਕਰਨ ਦੇ ਲਈ ਸਹਿਜ ਸਟੱਡੀ YouTube ਚੈਨਲ ਆਪ ਦੇ ਲਈ ਹਰ ਰੋਜ਼ ਲੈ ਕੇ ਆ ਰਿਹਾ ਕੋਈ ਨਾ ਕੋਈ ਕਲਾਸ। ਭਲੇ ਉਹ ਕਲਾਸ ਬਹੁਤ ਹੀ ਛੋਟੀ ਹੁੰਦੀ ਹੈ, ਚਾਹੇ 10 ਮਿੰਟ ਤੇ 15-20 ਮਿੰਟ ਦੀ ਕਲਾਸ ਹੁੰਦੀ ਹੈ, ਪਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਘੱਟੋ ਘੱਟ 10 ਮਿੰਟ ਸਟੂਡੈਂਟ ਨੂੰ ਆਪਣੇ ਟੌਪਿਕ ਦੇ ਨਾਲ ਜੁੜਿਆ ਜਾਏ। ਤੇ ਜੇਕਰ ਇੱਕ ਸਟੂਡੈਂਟ, ਇੱਕ ਵਿਦਿਆਰਥੀ ਆਪਣੇ ਟੌਪਿਕ ਦੇ ਨਾਲ ਜੁੜਿਆ ਰਹੇਗਾ
ਤਾਂ ਕਾਮਯਾਬੀ ਤੋਂ ਉਸ ਨੂੰ ਕੋਈ ਵੀ ਨਹੀਂ ਰੋਕ ਸਕਦਾ। ਬਸ ਇਹੀ ਅਰਦਾਸਾਂ ਸਹਿਜ ਸਟੱਡੀ YouTube ਚੈਨਲ ਕਰਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਹਮੇਸ਼ਾ ਇਹ ਵਿਹੜੇ ਦੇ ਅੰਦਰ ਹੋਰ ਵੀ ਬਹੁਤ ਸਾਰੇ ਸਾਥੀਆਂ ਨੂੰ ਬੁਲਾਓ ਤਾਂ ਕਿ ਉਹਨਾਂ ਦੇ ਨਾਲ ਪੜ੍ਹਾਈ ਦਾ ਇੱਕ ਚੰਗਾ ਮਾਹੌਲ ਸਿਰਜ ਕੇ ਅਸੀਂ ਕਾਮਯਾਬੀ ਦੇ ਵੱਲ ਅੱਗੇ ਵਧ ਸਕੀਏ। ਇਹਨਾਂ ਹੀ ਅਰਦਾਸਾਂ ਦੇ ਨਾਲ ਮਿਲਦੇ ਹਾਂ ਅਗਲੀ ਕਲਾਸ ਦੇ ਅੰਦਰ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।